ਰਾਸ਼ਟਰਪਤੀ ਟਰੰਪ ਹੁਣਾਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਸਾਰੇ ਹੀ ਇਮੀਗ੍ਰੇਸ਼ਨ ਕੇਸ 19 ਉਹਨਾਂ ਮੁਲਕਾਂ ਦੇ ਉਹਨਾਂ ਨੂੰ ਬੰਦ ਕਰ ਦਿੱਤਾ ਆ। ਚਾਹੇ ਕਹਿੰਦੇ ਵੀ ਉਸ ਦੇ ਵਿੱਚ ਨੈਚੁਰਲਾਈਜੇਸ਼ਨ ਦੀਆਂ ਸਿਟੀਜ਼ਨਸ਼ਿਪ ਦੀਆਂ ਜਿਹੜੀ ਸੈਰੇਮਨੀਜ਼ ਵੀ ਕਿਉਂ ਨਾ ਹੋਣ। ਸੋ ਇੱਕ ਬਹੁਤ ਸਖਤ ਸਟੈਂਡ ਡੀਸੀ ਦੀ ਸ਼ੂਟਿੰਗ ਤੋਂ ਬਾਅਦ ਦੇ ਵਿੱਚ ਟਰੰਪ ਪ੍ਰਸ਼ਾਸਨ ਨੇ ਇਹ ਲਿਆ ਆ। 19 ਉਹ ਮੁਲਕ ਜਿਨ੍ਹਾਂ ਦਾ ਪਹਿਲੋਂ ਟਰੈਵਲ ਬੈਨ ਦੇ ਵਿੱਚ ਨਾਮ ਸੀਗਾ, USCIS ਨੇ ਜਿਹੜਾ ਉਹ ਦੱਸਿਆ ਆ ਵੀ ਅਸੀਂ ਹਰ ਇੱਕ ਤਰੀਕੇ ਦੀ ਜਿਹੜੀ ਇਮੀਗ੍ਰੇਸ਼ਨ ਦੇ ਜਿਹੜੇ ਪ੍ਰੋਸੈਸ ਹੈ ਇਹਨਾਂ ਮੁਲਕਾਂ ਦੇ ਉਸ ਦੇ ਉੱਤੇ ਰੋਕ ਲਾ ਰਹੇ ਆ। ਉਹਨਾਂ ਨੇ ਇੱਥੋਂ ਤੱਕ ਵੀ ਕਿਹਾ ਵੀ ਜਿਨ੍ਹਾਂ ਦੇ ਸਿਟੀਜ਼ਨਸ਼ਿਪ ਦੇ ਟੈਸਟ ਹੋ ਚੁੱਕੇ ਆ, ਕਲੀਅਰ ਹੋ ਚੁੱਕੇ ਆ, ਈਵਨ ਸਹੁੰ ਚੁੱਕਣ ਵਾਲੀ ਜਿਹੜੀ ਉਹਨਾਂ ਦੀ ਪਈ ਆ, ਉਹਨਾਂ ਦੇ ਵੀ ਜਿਹੜੀ ਸਹੁੰ ਚੁੱਕ ਸਮਾਗਮ ਆ ਉਹ ਰੱਦ ਕੀਤੇ ਜਿਹੜੇ ਉਹ ਜਾ ਚੁੱਕੇ ਆ। ਆਲਰੇਡੀ ਆਪਾਂ ਦੇਖ ਰਹੇ ਹਾਂ ਵੀ ਕਈ ਲੋਕਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾਈਆਂ ਵੀ ਉਹਨਾਂ ਨੂੰ ਚਿੱਠੀਆਂ ਤੇ ਈਮੇਲਸ ਜਾਂ ਉਹਨਾਂ ਦੇ ਆਨਲਾਈਨ ਜਿਹੜੇ ਅਕਾਊਂਟ ਦੇ ਵਿੱਚ ਇਹ ਇਨਫੋਰਮੇਸ਼ਨ ਆ ਗਈ ਆ ਵੀ ਹਾਲ ਦੀ ਘੜੀ ਤੁਹਾਡਾ ਜਿਹੜਾ ਸਹੁੰ ਚੁੱਕ ਸਮਾਗਮ ਆ ਉਸ ਨੂੰ ਰੱਦ ਕਰ ਦਿੱਤਾ ਗਿਆ ਹੈਗਾ ਆ। ਸੋ ਬਹੁਤ ਹੀ ਸਖਤ ਜਿਹੜਾ ਸਟੈਂਡ ਆ ਉਹ ਆ ਚੁੱਕਾ ਆ। USCIS ਦੀ ਗਾਈਡੈਂਸ ਜਿਹੜੀ ਸਾਹਮਣੇ ਆਈ ਆ, ਉਹਨਾਂ ਨੇ ਕਿਹਾ ਵੀ ਸਟਾਪ ਫਾਈਨਲ ਐਡਜੂਡੀਕੇਸ਼ਨ ਔਨ ਆਲ ਕੇਸਿਸ। ਜਿਹੜੇ ਵੀ ਇਹਨਾਂ 19 ਮੁਲਕਾਂ ਦੇ ਵਿੱਚ ਆਉਂਦੇ ਆ ਜੂਨ ਮਹੀਨੇ 'ਚ ਜਿਸ ਦੇ ਉੱਤੇ ਟਰੈਵਲ ਬੈਨ ਜਿਹੜਾ ਉਹ ਲਾਇਆ ਗਿਆ ਸੀਗਾ। ਸੋ ਕਹਿੰਦੇ ਵੀ ਦਿਸ ਹੋਲਡਸ ਇਨਕਲੂਡ ਆਲ ਫਾਰਮ ਟਾਈਪਸ ਐਂਡ ਮੇਕਿੰਗ ਐਨੀ ਫਾਈਨਲ ਡਿਸੀਜਨ approvals or denials as well as completing any oath ceremonies। USCIS ਦੇ ਜਿਹੜੇ ਆਫਿਸਿਸ ਆ ਉਹਨਾਂ ਨੂੰ ਇਹ ਚੀਜ਼ ਦੱਸ ਦਿੱਤੀ ਗਈ ਆ। ਇਹ 19 ਮੁਲਕ ਜਿਨ੍ਹਾਂ ਦੇ ਨਾਮ ਹਰਜੋਤ ਸਿੰਘ ਜੀ ਆਏ, ਅਫਗਾਨਿਸਤਾਨ, ਮਿਆਂਮਾਰ, ਚੈਡ, ਦ ਰਿਪਬਲਿਕ ਆਫ ਕਾਂਗੋ, ਇਕੁਆਟੋਰੀਅਲ ਗਿਨੀ, ਅਰੀਟਰੀਆ, ਹੇਟੀ, ਈਰਾਨ, ਲੀਬੀਆ, ਸੋਮਾਲੀਆ, ਸੁਡਾਨ ਤੇ ਯਮਨ। ਇਹਨਾਂ ਦੇ ਵਿੱਚੋਂ ਜਿਹੜੇ ਪਾਰਸ਼ਲੀ ਸਸਪੈਂਡ ਕੀਤੇ ਗਏ ਐਂਟਰੀ ਟਰੈਵਲਰਸ ਦੀ ਬਰੂੰਡੀ, ਕਿਊਬਾ, ਲਾਓਸ, ਸੀਅਰਾ ਲਿਓਨ, ਟੋਗੋ, ਤੁਰਕਮੇਨਿਸਤਾਨ ਤੇ ਵੈਨੇਜ਼ੁਏਲਾ ਵਾਲਿਆਂ ਦੀ। ਸੋ ਜਿਹੜੀ ਨਵੀਂ ਗਾਈਡੈਂਸ ਆ ਇਹ ਉਦੋਂ ਆਈ ਆ ਜਦੋਂ ਇਮੀਗ੍ਰੇਸ਼ਨ ਕ੍ਰੈਕਡਾਊਨ ਡਾਇਰੈਕਟ ਕੀਤਾ ਗਿਆ ਆ DC ਦੀ ਜਿਹੜੀ ਆ ਉਹ ਸ਼ੂਟਿੰਗ ਤੋਂ ਬਾਅਦ ਦੇ ਵਿੱਚ ਇੱਕ ਅਫਗਾਨੀ ਦੇ ਦੁਆਰਾ ਜਿਹੜੀ ਇਹ ਗੋਲੀਕਾਂਡ ਨੂੰ ਅੰਜਾਮ ਦਿੱਤਾ ਜਿਹੜਾ ਹੋ ਗਿਆ ਸੀਗਾ। ਸੋ ਟਰੰਪ ਐਡਮਿਨਿਸਟ੍ਰੇਸ਼ਨ ਨੇ ਪਬਲਿਕ ਨਹੀਂ ਅਨਾਊਂਸ ਕੀਤੀਆਂ ਸੀਗੀਆਂ ਜਿਹੜੀਆਂ ਇਮੀਗ੍ਰੇਸ਼ਨ ਦੀਆਂ ਰੈਸਟ੍ਰਿਕਸ਼ਨ ਇਸ ਹਮਲੇ ਤੋਂ ਬਾਅਦ ਦੇ ਵਿੱਚ। ਨਾਲ ਹੀ ਉਹਨਾਂ ਨੇ ਕਹਿਤਾ ਸੀਗਾ ਵੀ ਕੋਈ ਵੀ ਅਸਾਈਲਮ ਡਿਸੀਜਨ USCIS ਦੇ ਦੁਆਰਾ ਆ ਉਹਨਾਂ ਦੇ ਉੱਤੇ ਪੌਜ਼ ਲਾ ਦਿਓ, ਰੋਕ ਜਿਹੜਾ ਉਹ ਲਾ ਦਿੱਤੀ ਜਾਵੇ। ਸੋ ਇਸ ਨਵੇਂ ਜਿਹੜੇ ਹਰਜੋਤ ਸਿੰਘ ਜੀ ਮਾਮਲੇ ਦੇ ਵਿੱਚ ਵਾਈਟ ਹਾਊਸ ਨੇ ਹੁਣ ਇਮੀਗ੍ਰੇਸ਼ਨ ਐਪਲੀਕੇਸ਼ਨਸ ਇਹਨਾਂ 19 ਮੁਲਕਾਂ ਤੋਂ ਜਿਹੜੀਆਂ ਚੱਲ ਰਹੀਆਂ ਆ, ਚਾਹੇ ਉਹ ਕਿਸੇ ਵੀ ਤਰੀਕੇ ਦੀ ਆ, ਜਿਹੜੀ ਆ ਉਹ ਗ੍ਰੀਨ ਕਾਰਡ ਹੋਲਡਰ ਦੀ ਐਪਲੀਕੇਸ਼ਨਸ ਆ, ਸਿਟੀਜ਼ਨਸ਼ਿਪ ਦੀਆਂ ਐਪਲੀਕੇਸ਼ਨਸ ਆ, ਟੈਸਟ ਹੋਏ ਵੀ ਜਿਹੜੇ ਸਹੁੰ ਚੁੱਕ ਸਮਾਗਮ ਆ ਉਹ ਵੀ ਜਿਹੜੇ ਉਹ ਕੈਂਸਲ ਕਰ ਦਿੱਤੇ ਗਏ ਹੈਗੇ ਆ। US ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਤੁਲਸੀ ਗੈਬਰਡ ਨੇ ਕਿਹਾ ਵੀ ਟਰੰਪ ਹੋਣਾ ਨੇ 36 ਨੇਸ਼ਨਸ ਪ੍ਰਪੋਜ਼ ਕੀਤੀਆਂ ਆ। ਸੋ 19 ਤੋਂ ਵੱਧ ਕੇ 36 ਨੇਸ਼ਨ ਤੱਕ ਜਿਹੜਾ ਆ ਇਹ ਚੱਲ ਸਕਦਾ ਹੈਗਾ। ਬਹੁਤ ਸਾਰੇ ਜਿਹੜੇ ਰਾਈਟ ਵਿੰਗ ਕਮੈਂਟੇਟਰਸ ਆ ਉਹ ਇਹ ਵੀ ਕਹਿ ਰਹੇ ਆ ਵੀ ਜਿਹੜਾ ਭਾਰਤ ਆ, ਇੰਡੀਆ ਆ, ਉਸ ਨੂੰ ਵੀ ਇਨਕਲੂਡ ਕਰਨਾ ਚਾਹੀਦਾ ਇਹਦੇ ਵਿੱਚ। ਉਹ ਰਿਕੁਐਸਟ ਕਰ ਰਹੇ ਹੈਗੇ ਆ। ਨਿਕ ਫੁਐਂਟਸ ਕਰਕੇ ਹੈਗਾ ਹਰਜੋਤ ਸਿੰਘ ਜੀ, ਨਾਓ ਡੂ ਇੰਡੀਆ। ਉਹਨੇ ਜਿਹੜਾ ਅੱਜ ਹੀ ਇਹ ਜਿਹੜਾ ਟਵੀਟ ਕੀਤਾ ਹੈਗਾ ਆ ਟਵਿੱਟਰ ਦੇ ਉੱਤੇ, ਐਕਸ ਦੇ ਉੱਤੇ, ਵੀ ਭਾਈ ਵੀ ਆਹ ਮੁਲਕ 19 ਜਿਹੜੇ ਹੈਗੇ ਉਹਨਾਂ ਦੇ ਵਿੱਚ ਹੁਣ ਨਾਲ ਇੰਡੀਆ ਨੂੰ ਵੀ ਐਡ ਜਿਹੜਾ ਉਹ ਕਰ ਦੋ। ਇਹ ਰਾਈਟ ਵਿੰਗ ਕਮੈਂਟੇਟਰ ਆ ਨਿਕ ਫੁਐਂਟਸ, ਇਹ ਇਨਕਲੂਡ ਕਰਨਾ ਚਾਹੁੰਦਾ ਇੰਡੀਆ, ਜਿੱਥੋਂ ਇਹ ਪੱਕੇ ਤੌਰ ਦੇ ਉੱਤੇ ਇਮੀਗ੍ਰੇਸ਼ਨ ਆ ਉਸ ਨੂੰ ਰੋਕਣਾ ਜਿਹੜਾ ਉਹ ਚਾਹੁੰਦਾ ਆ। ਹੁਣ ਇਸ ਦੀ ਕਿੰਨੀ ਕੁ ਗੱਲ ਸੁਣੀ ਜਾਊਗੀ ਜਾਂ ਸੁਣੀ ਜਾ ਸਕਦੀ ਆ, ਇਹ 36 ਮੁਲਕ ਕਿਹੜੇ ਆ, 19 ਤੋਂ ਵੱਧ ਕੇ 36 ਹੋਣ ਵਾਲੇ। ਕੱਲ ਤੱਕ ਦਾ CBS ਨਿਊਜ਼ ਇਹ ਰਿਪੋਰਟ ਕਰ ਰਹੀ ਸੀ ਵੀ 30 ਮੁਲਕਾਂ ਤੱਕ, ਇੱਥੋਂ ਤੱਕ ਕਿ ਨਿਊਯਾਰਕ ਪੋਸਟ ਵਾਲੇ ਆ ਉਹ ਵੀ ਇਹੀ ਰਿਪੋਰਟ ਕਰ ਰਹੇ ਸੀਗੇ। ਪਰ ਜਿਹੜੇ DNI ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਤੁਲਸੀ ਗਾਬਰਡ ਆਏ ਹੁਣ 36 ਮੁਲਕਾਂ ਦੀ ਗੱਲ ਕਰ ਰਹੇ ਆ। ਸੋ ਹੋਰ ਪਤਾ ਨਹੀਂ ਕਿੰਨੇ ਦੇ ਉੱਤੇ ਜਿਹੜੀ ਹਰਜੋਤ ਸਿੰਘ ਜੀ ਇਹ ਗਾਜ ਜਿਹੜੀ ਉਹ ਡਿੱਗਣ ਜਾ ਰਹੀ ਹੈਗੀ ਆ। ਮੈਥਿਊ ਟਰਾਗੈਸਰ ਸਪੋਕਸਮੈਨ ਹੈਗੇ USCIS ਦੇ, ਤੇ ਉਹਨਾਂ ਨੇ ਕਨਫਰਮ ਕੀਤਾ ਨਿਊਯਾਰਕ ਟਾਈਮ ਨੂੰ ਕਿ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਹਰ ਇੱਕ ਕੋਸ਼ਿਸ਼ ਕਰ ਰਿਹਾ ਵੀ ਉਹੀ ਲੋਕ ਸਿਟੀਜ਼ਨ ਬਣਨ ਜਿਹੜੇ ਕਿ ਬੈਸਟ ਆਫ ਦਾ ਬੈਸਟ ਹੈਗੇ ਆ। ਉਹ ਕਹਿੰਦੇ ਵੀ ਸਿਟੀਜ਼ਨਸ਼ਿਪ ਇਜ਼ ਨਾਟ ਪ੍ਰਿਵਿਲੇਜ, ਨਾਟ ਏ ਰਾਈਟ। ਸੋ ਇਹ ਹੁਣ ਬਹੁਤ ਸਖਤੀ ਹੋ ਗਈ ਆ ਈਵਨ ਸਿਟੀਜ਼ਨ ਬਣਨ ਦੇ ਲਈ ਵੀ।
ਤੇ ਪੌਜ਼ ਤਾਂ ਤੁਹਾਨੂੰ ਪਤਾ ਹੀ ਆ ਵੀ ਸਾਰਿਆਂ ਦੇ ਉੱਤੇ ਉਹਨੇ ਕਰ ਦਿੱਤਾ। ਇਸੇ ਹਰਜੋਤ ਤਰ੍ਹਾਂ ਸਿੰਘ ਜੀ, ਅਸਾਈਲਮ ਤੁਸੀਂ ਦਾ ਉਹ ਵੀ ਸੋਚੋ ਵੀ ਜਿਨ੍ਹਾਂ ਨੇ ਸਹੁੰ ਚੁੱਕਣ ਵਾਲੀ ਰਹਿ ਗਈ ਸੀਗੀ, ਜੀ, ਕੱਲ ਇਹ ਐਲਾਨ ਹੋਇਆ ਕਿਸੇ ਦੀ ਅੱਜ ਹੋਣੀ ਆ, ਉਹ ਵੀ ਵਿਚਾਰੇ ਰਹਿ ਗਏ, ਉਹ ਵੀ ਰਗੜ ਜੀ। ਹੋ ਗਏ ਵਿੱਚ ਨਾਲ ਦੇ ਨਾਲ। ਸੋ ਇੱਕ ਬੰਦੇ ਦੀ ਕਰਤੂਤ ਤੋਂ ਬਾਅਦ ਦੇ ਵਿੱਚ ਬਹਾਨਾ ਮਿਲ ਗਿਆ ਪ੍ਰਸ਼ਾਸਨ ਨੂੰ ਵੀ ਆਹ ਕੁਛ ਜਿਹੜਾ ਉਹ ਤੁਸੀਂ ਕਰ ਸਕਦੇ ਆ। ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਕੀ ਇੰਨੇ ਖੁੱਲੇ ਅਖਤਿਆਰ ਹੈਗੇ ਨੇ? ਇਹ ਹੁਣ ਦੇਖੋ ਮਾਮਲੇ ਤਾਂ ਇਵੈਂਚੁਅਲੀ ਅਦਾਲਤਾਂ ਦੇ ਵਿੱਚ ਜਿਹੜੇ ਉਹ ਜਾ ਸਕਦੇ ਆ। ਇਹਨਾਂ ਨੇ ਉਸ ਪਾਸੇ ਵੱਲ ਨੂੰ ਵੀ ਰੁੱਖ ਜਿਹੜਾ ਉਹ ਹੋਊਗਾ, ਕਈਆਂ ਨੇ ਕਰਨੇ ਆ ਕੇਸ ਆਬਵੀਅਸਲੀ, ACLU ਤੇ ਹੋਰ ਲੋਕਾਂ ਨੇ ਕਈ ਕੁਛ ਜਿਹੜਾ ਉਸ ਦੇ ਵਿੱਚ ਕਰਨਾ ਆ। ਪਰ ਇਹ ਬਹੁਤ ਜ਼ਿਆਦਾ ਕਹਿ ਸਕਦੇ ਆ ਵੀ ਇਹ ਹੋਇਆ। ਉਹਨਾਂ ਨੇ ਤਾਂ ਹਰਜੋਤ ਸਿੰਘ ਜੀ ਇੱਥੋਂ ਤੱਕ ਬਿਆਨ ਦਿੱਤਾ ਸੀ, ਕਹਿੰਦਾ ਵੀ ਜਿਹੜੇ ਵੀ ਲੋਕ ਜਿਹੜੇ ਪਿਛਲੇ ਪ੍ਰਸ਼ਾਸਨ 'ਚ ਬਾਈਡਨ ਪ੍ਰਸ਼ਾਸਨ ਦੇ ਵਿੱਚ ਇੱਥੇ ਜਿਹੜੇ ਉਹ ਆਏ ਆ, ਉਹਨਾਂ ਨੂੰ ਅਸੀਂ ਜਿਹੜੇ ਆ ਇਸ ਗਾਈਡੈਂਸ ਦੇ ਤਹਿਤ ਕਹਿੰਦੇ ਵੀ ਉਹਨਾਂ ਮਾਈਗ੍ਰੈਂਟਸ ਦੇ ਉੱਤੇ ਅਪਲਾਈ ਇਹ ਹੋਣੀ ਆ 19 ਮੁਲਕਾਂ ਦੀ, ਜਿਹੜੇ 20 ਜਨਵਰੀ 2021 ਤੋਂ ਬਾਅਦ ਬਾਈਡਨ ਦੇ ਜਿੱਦਣ ਸਹੁੰ ਚੁੱਕੀ ਸੀ ਉਸ ਤੋਂ ਬਾਅਦ ਦੇ ਵਿੱਚ ਇੱਥੇ ਆਏ ਆ, ਤੇ ਉਹਨਾਂ ਦੇ ਜਿਹੜੇ ਕੇਸ ਜਿਹੜੇ ਉਹ ਚੱਲ ਰਹੇ ਸੀ, ਉਹਨਾਂ ਸਾਰਿਆਂ ਦੀ ਜਿਹੜੀ ਕਹਿੰਦੇ ਵੀ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਐਪਲੀਕੇਸ਼ਨਸ ਆ ਉਹਨਾਂ ਨੂੰ ਹੁਣ ਸਸਪੈਂਡ ਕਰ ਦਿੱਤਾ ਗਿਆ, ਚਾਹੇ ਉਹਦੇ ਵਿੱਚ ਸਹੁੰ ਚੁੱਕ ਸਮਾਗਮ ਵੀ ਸਿਟੀਜ਼ਨਸ਼ਿਪ ਵਾਲੇ ਵੀ ਕਿਉਂ ਨਾ ਜਿਹੜੇ ਉਹ ਹੋਣ। ਸੋ 19 ਮੁਲਕਾਂ ਦੇ ਉੱਤੇ ਇਹ ਗਾਜ ਡਿੱਗ ਚੁੱਕੀ ਆ। ਪਹਿਲੇ ਕਾਰਜਕਾਲ ਦੇ ਵਿੱਚ ਰਾਸ਼ਟਰਪਤੀ ਟਰੰਪ ਹੁਣਾਂ ਦਾ ਜਿਹੜਾ ਮੁਸਲਿਮ ਬੈਨ ਆ ਉਹ ਬਹੁਤ ਇਨਫੇਮਸ ਰਿਹਾ ਸੀਗਾ। ਇਹ ਵੀ ਹੁਣ ਮੋਸਟਲੀ ਅਫਰੀਕਨ ਮੁਲਕਾਂ ਦੇ ਉੱਤੇ ਹੀ ਇਹ 19 ਮੁਲਕਾਂ ਦੀ ਜਿਹੜੀ ਗਾਜ ਆ ਉਹ ਡਿੱਗੀ ਆ। ਤੇ ਜੇ ਹੁਣ ਤੁਲਸੀ ਗਾਬੜ ਵਾਲੀ ਗੱਲ ਨੂੰ ਗੌਰ ਕਰੀਏ ਤਾਂ ਉਹ ਮੁਲਕਾਂ ਦਾ ਨੰਬਰ ਵਧਾਉਣਾ ਜਿਹੜਾ ਉਹ ਚਾਹ ਰਹੇ ਆ, 30 ਦਾ ਰੌਲਾ ਤਾਂ ਪਹਿਲਾਂ ਤੱਕ ਹੀ ਜਿਹੜਾ ਉਹ ਪੈ ਚੁੱਕਾ ਆ। ਸੋ ਲੋਕਾਂ ਦੇ ਪੈਰਾਂ ਹੇਠੋਂ ਜ਼ਮੀਨ ਜਿਹੜੀ ਹਰਜੋਤ ਸਿੰਘ ਜੀ ਕੱਢ ਦਿੱਤੀ ਹੈ ਟਰੰਪ ਪ੍ਰਸ਼ਾਸਨ ਨੇ, ਖਾਸ ਕਰਕੇ ਇਹਨਾਂ 19 ਮੁਲਕਾਂ ਦੇ ਨਾਲ। ਤੇ ਜਿਹੜੇ ਕੁਛ ਰਾਈਟ ਵਿੰਗ ਕਮੈਂਟੇਟਰ ਜਿਹੜੇ ਰਿਪਬਲਿਕਨਸ ਆ ਉਹ ਹੋਰ ਮੁਲਕਾਂ ਨੂੰ ਵੀ ਇਸ ਦੇ ਵਿੱਚ ਐਡ ਕਰਨਾ ਚਾਹੁੰਦੇ, ਜਿਹਦੇ ਵਿੱਚ ਉਹ ਇੰਡੀਆ ਦਾ ਨਾਮ ਵੀ ਲਈ ਜਾਂਦੇ। ਇੱਕ ਨਿਕ ਫਿਊਐਂਟਸ ਬਹੁਤ ਹੀ ਜਿਹੜਾ ਰਾਈਟ ਵਿੰਗ ਕਮੈਂਟੇਟਰ ਆ, ਉਹਨੇ ਇੰਡੀਆ ਦਾ ਨਾਮ ਜਿਹੜਾ ਇਸ ਦੇ ਵਿੱਚ ਪ੍ਰਪੋਜ਼ ਕਰ ਛੱਡਿਆ ਹੈਗਾ। ਇਹ ਸਾਰਾ ਕੁਝ ਰਹਿਮਾਨੁੱਲਾ ਲੱਕਨਵਾਲ ਜਿਹੜਾ 29 ਸਾਲਾਂ ਦਾ ਅਫਗਾਨ ਸੀ, ਜਿਸ ਨੇ ਗੋਲੀਆਂ ਚਲਾਈਆਂ ਸੀ ਵਾਸ਼ਿੰਗਟਨ DC, ਉਹ ਤੋਂ ਬਾਅਦ ਵਾਪਰਿਆ ਹੈਗਾ। ਕਹਿੰਦੇ ਵੀ ਟਰੰਪ ਐਡਮਿਨਿਸਟ੍ਰੇਸ਼ਨ ਹਰ ਇੱਕ ਕੋਸ਼ਿਸ਼ ਕਰ ਰਿਹਾ ਆ ਵੀ ਸਖਤੀ ਤੋਂ ਸਖਤੀ ਕੀਤੀ ਜਾਵੇ, ਉਹੀ ਬੰਦੇ ਜਿਹੜੇ ਸਿਟੀਜ਼ਨ ਬਣਨ, ਜਿਹੜੇ ਇੱਥੇ ਬਣਨ ਦੇ ਲਾਇਕ ਹੈਗੇ ਆ। ਇਮੀਗ੍ਰੇਸ਼ਨ ਵਕੀਲ ਜਿਹੜੇ ਆ ਉਹਨਾਂ ਨੇ ਰਿਪੋਰਟ ਕੀਤਾ ਹੈ ਵੀ ਬਹੁਤ ਸਾਰੇ ਨੈਚੁਰਲਾਈਜੇਸ਼ਨ ਸੈਰੇਮਨੀਜ਼ ਜਿਨ੍ਹਾਂ ਦੇ ਟੈਸਟ ਪਾਸ ਹੋ ਚੁੱਕੇ ਸੀ, ਸਿਰਫ ਸਹੁੰ ਚੁੱਕਣੀ ਸੀ, ਉਹ ਵੀ ਕੈਂਸਲ ਹੋ ਗਈਆਂ। ਬਹੁਤ ਸਾਰੇ ਲੋਕਾਂ ਦੀਆਂ ਇੰਟਰਵਿਊ ਸੀਗੀਆਂ ਇਮੀਗ੍ਰੇਸ਼ਨ ਸਟੇਟਸ ਦੀਆਂ, ਉਹ ਵੀ ਜਿਹੜੀਆਂ ਕੈਂਸਲ ਹੋ ਚੁੱਕੀਆਂ ਹੈਗੀਆਂ। ਐਨਾ ਮਰੀਆ ਸ਼ਵਾਰਜ਼ ਇੱਕ ਇਮੀਗ੍ਰੇਸ਼ਨ ਲਾਇਰ ਆ ਟੈਕਸਸ ਦੇ ਵਿੱਚ, ਕਹਿੰਦੀ ਵੀ 2 ਉਹਨਾਂ ਦੀ ਫਰਮ ਦੇ ਕਲਾਇੰਟ ਜਿਹੜੇ ਕਿ ਵੈਨਜ਼ੂਏਲਾ ਤੋਂ ਸੀਗੇ, ਉਹ ਜਦੋਂ ਸਿਟੀਜ਼ਨਸ਼ਿਪ ਤੇ ਇਮੀਗ੍ਰੇਸ਼ਨ ਸਰਵਿਸ ਦੇ ਉੱਤੇ ਇੰਟਰਵਿਊ ਦੇਣ ਗਏ ਉਹ ਹੂਸਟਨ ਦੇ ਵਿੱਚ, ਉਦੋਂ ਉਹਨਾਂ ਨੂੰ ਪਤਾ ਲੱਗਾ ਵੀ ਜਿਹੜੀ ਉਹਨਾਂ ਦੀ ਇੰਟਰਵਿਊ ਆ ਕੈਂਸਲ ਹੋ ਗਈ ਆ ਤੇ ਕੋਈ ਕਲੀਅਰ ਰੀਜ਼ਨ ਨਹੀਂ ਦਿੱਤਾ ਗਿਆ ਹੈਗਾ। ਕਹਿੰਦੇ ਵੀ ਇਸ ਪੌਜ਼ ਦੇ ਨਾਲ ਜਿਹੜਾ ਸਿਸਟਮ ਆ ਇਮੀਗ੍ਰੇਸ਼ਨ ਦਾ ਆਲਰੇਡੀ ਕਾਫੀ ਸਟਰਗਲ ਕਰ ਰਿਹਾ ਸੀ ਬੈਕਲੌਗ ਨੂੰ ਲੈ ਕੇ, ਇਹ ਤਾਂ ਸਾਰਾ ਕੁਝ ਔਨ ਹੋਲਡ ਪਾ ਦਿੱਤਾ ਗਿਆ ਹੈ। ਕਹਿੰਦੇ ਵੀ ਇਟ ਇਜ਼ ਜਸਟ ਲਾਈਕ ਅ ਟ੍ਰੈਫਿਕ ਜਾਮ ਐਂਡ ਇਟ ਇਜ਼ ਜਸਟ ਗੋਇੰਗ ਟੂ ਗੈਟ ਵਰਸ ਐਂਡ ਵਰਸ ਐਂਡ ਵਰਸ। ਅਲੀਸਾ ਟੌਪ ਕਰਕੇ ਇੱਕ ਇਮੀਗ੍ਰੇਸ਼ਨ ਲਾਇਰ ਆ ਟੈਨਸੀ ਦੇ ਵਿੱਚ, ਉਹਨਾਂ ਨੇ ਕਿਹਾ ਵੀ ਉਹ ਇੱਕ ਫਿਜ਼ੀਸ਼ੀਅਨ ਨੂੰ, ਜੋ ਡਾਕਟਰ ਆ, ਉਹਨੂੰ ਰਿਪਰੈਜ਼ੈਂਟ ਕਰ ਰਹੀ ਸੀ, ਉਹਨਾਂ ਦੀ ਲਾ ਫਰਮ, ਤੇ ਜਿਹਦੀ ਇੰਟਰਵਿਊ ਹੋਣੀ ਸੀਗੀ ਸਿਟੀਜ਼ਨਸ਼ਿਪ ਦੇ ਲਈ। ਤੇ ਜਦੋਂ ਉਹ ਜਾਣਾ ਸੀ ਤੇ ਉਦੋਂ ਹੀ ਉਸੇ ਟਾਈਮ ਉਹਨਾਂ ਨੂੰ ਜਿਹੜੀ ਕੈਂਸਲੇਸ਼ਨ ਦਾ ਆ ਗਿਆ। ਕਹਿੰਦੇ ਵੀ ਜਿਹੜਾ ਉਹਨਾਂ ਦਾ ਕਲਾਇੰਟ ਆ ਉਹ ਇਰਾਨ ਬੋਰਨ ਆ, US ਦਾ ਗ੍ਰੀਨ ਕਾਰਡ ਆ, ਤੇ ਕੈਨੇਡਾ ਦੇ ਵਿੱਚ ਟੀਨੇਜਰ ਸੀ ਜਦੋਂ ਉਹ ਮੂਵ ਹੋਇਆ ਸੀ। ਉਹ ਤੋਂ ਬਾਅਦ ਫਿਰ ਉਹ ਅਮਰੀਕਾ ਦੇ ਵਿੱਚ ਆ ਗਿਆ। ਸੋ ਇਦਾਂ ਦੀ ਸਿਚੁਏਸ਼ਨ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਆ ਫਸ ਗਏ ਹੈਗੇ ਆ। ਨਵਾਂ ਰੂਲ ਜਿਹੜਾ ਅਨਾਉਂਸ ਕੀਤਾ ਗਿਆ ਪਿਛਲੇ ਵੀਕ, ਜਿਹਦੇ ਨਾਲ 1.5 ਮਿਲੀਅਨ ਲੋਕਾਂ ਨੂੰ ਜਿਹੜੇ ਅਸਾਈਲਮ ਐਪਲੀਕੇਸ਼ਨ ਪੈਂਡਿੰਗਸ ਆ, ਤੇ 50,000 ਤੋਂ ਵੱਧ ਜਿਹੜੀਆਂ ਅਸਾਈਲਮ ਗ੍ਰਾਂਟਸ ਹੋਈਆਂ ਹੈਗੀਆਂ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਦੌਰਾਨ, ਉਹਨਾਂ ਦੇ ਉੱਤੇ ਜਿਹੜਾ ਅਸਰ ਪੈਣ ਜਾ ਰਿਹਾ ਹੈਗਾ, ਉਹ ਅਸਾਈਲਮ ਵਾਲੇ ਮਾਮਲੇ 'ਚ ਉਹਨਾਂ ਨੇ ਦੱਸਿਆ ਸੀਗਾ। ਕਹਿੰਦੇ ਵੀ ਅਨਕਲੀਅਰ ਆ ਕਿੰਨੇ ਲੋਕ ਕਿੰਨੇ ਮੁਲਕਾਂ ਤੋਂ ਜਿਹੜੇ ਟਰੈਵਲ ਬੈਨ ਲਿਸਟ ਦੇ ਉੱਤੇ ਵੇਟ ਕਰ ਰਹੇ ਆ ਵੱਖ-ਵੱਖ ਜਿਹੜੇ ਇਮੀਗ੍ਰੇਸ਼ਨ ਬੈਨੀਫਿਟਸ ਦੇ ਲਈ। ਉਹ ਜਿਹੜਾ ਮੈਮੋਰੈਂਡਮ ਆ ਪਾਲਿਸੀ ਦਾ, ਉਹ ਤੁਹਾਡੇ ਨਾਲ ਆਪਾਂ ਸ਼ੇਅਰ ਕਰ ਰਹੇ ਹਾਂ ਹਰਜੋਤ ਸਿੰਘ ਜੀ, ਜਿਹੜਾ USCIS ਨੇ ਕੱਲ 2 ਦਸੰਬਰ ਨੂੰ ਜਾਰੀ ਕੀਤਾ ਆ। ਕਹਿੰਦੇ ਵੀ ਪਲੇਸ ਏ ਹੋਲਡ ਔਨ ਆਲ ਫਾਰਮਸ I-589, ਇਹ 19 ਮੁਲਕਾਂ ਦੇ ਲਈ ਜਿਹੜਾ ਉਹਨਾਂ ਨੇ ਆਖਿਆ ਸੀਗਾ।
ਸੋ ਇਹ ਹੁਣ ਤੁਸੀਂ ਹਿਸਾਬ ਲਾ ਲਓ ਵੀ ਬੜਾ ਹੀ ਸਖਤ ਜਿਹੜਾ ਇਹ ਆਰਡਰ ਆ, ਲੀਗਲ ਇਮੀਗ੍ਰੇਸ਼ਨ ਦੇ ਉੱਤੇ ਅਟੈਕ ਆ ਬੇਸਿਕਲੀ, ਸਿੱਧੇ ਤੌਰ ਦੇ ਉੱਤੇ ਆ। ਅੱਜ ਹੀ 19 ਮੁਲਕਾਂ ਨੂੰ ਸ਼ੇਅਰ ਕਰ ਰਹੇ ਆ, ਕੱਲ ਨੂੰ ਇਹ ਪਤਾ ਨਹੀਂ ਹੋਰ ਕਿੰਨਿਆਂ ਦੇ ਉੱਤੇ ਜਿਹੜਾ ਹੋਊਗਾ। ਅਫਰਮੇਟਿਵ ਅਸਾਈਲਮ ਜਿਹੜੀਆਂ ਐਜੂਡੀਕੇਸ਼ਨਸ ਆ I-589s, ਸਾਰੇ ਹੀ ਨੈਸ਼ਨੈਲਿਟੀਜ਼ ਦੇ ਲਈ, ਇਹ 19 ਮੁਲਕਾਂ ਦੀਆਂ ਨਹੀਂ, ਇਹ ਸਾਰੀਆਂ ਜਿਹੜੀਆਂ ਵੀ ਅਸਾਈਲਮ ਐਜੂਡੀਕੇਸ਼ਨਸ ਆ ਉਸ ਦੇ ਉੱਤੇ ਪੌਜ਼ ਲਾਉਣ ਦੇ ਲਈ ਇਹਨਾਂ ਨੇ ਆਖ ਜਿਹੜਾ ਉਹ ਦਿੱਤਾ ਆ। USCIS ਨੂੰ ਆਖਿਆ ਗਿਆ ਇਸ ਮੈਮੋ ਦੇ ਤਹਿਤ ਵੀ 19 ਮੁਲਕ ਜਿਹੜੇ ਆ ਉਹਨਾਂ ਤੋਂ I-140, 130, 485, 765, 131 ਇਹਦੀ ਜਿਹੜੀ ਪ੍ਰੋਸੈਸਿੰਗ ਆ ਉਹਨੂੰ ਵੀ ਜਿਹੜਾ ਉਹ ਪੌਜ਼ ਕਰ ਦਿਓ। ਜਿਹੜੇ ਵੀ ਐਂਟਰ ਹੋਏ ਨੇ, ਜਿੱਦਾਂ ਦੱਸਿਆ ਮੈਂ ਤੁਹਾਨੂੰ 20 ਜਨਵਰੀ 2021 ਜਿੱਦਣ ਬਾਈਡਨ ਹੋਣਾ ਨੇ ਸਹੁੰ ਚੁੱਕੀ ਸੀ, ਵੀ ਉਸ ਤੋਂ ਬਾਅਦ ਇਹਨਾਂ 19 ਮੁਲਕਾਂ ਤੋਂ ਜਿਹੜੇ ਵੀ ਨੈਸ਼ਨਲ ਐਂਟਰ ਹੋਏ ਆ ਉਹਨਾਂ ਦੀਆਂ ਜਿਹੜੀਆਂ ਬੈਨੀਫਿਟਸ ਆ ਉਹਨਾਂ ਨੂੰ ਰੀ-ਐਗਜ਼ਾਮਿਨ ਕਰੋ, ਮੁੜ ਜਾਂਚ ਜਿਹੜੀ ਹੋਵੇ, ਜੇ ਰੀ ਇੰਟਰਵਿਊਜ਼ ਵੀ ਕਰਨੀਆਂ ਪੈ ਸਕਦੀਆਂ ਤੇ ਉਹ ਕਰਨਗੇ। ਮੈਂ ਦੇਖ ਰਿਹਾ ਸੀ ਰੈਡਿਟ ਦੇ ਉੱਤੇ ਲੋਕ ਰੋ ਰਹੇ ਆ, ਕੁਰਲਾ ਰਹੇ ਆ ਵੀ ਇੰਟਰਵਿਊ ਸਿਟੀਜ਼ਨਸ਼ਿਪ ਦੀ ਜਿਹੜੀ ਆ ਕੈਂਸਲ ਹੋ ਗਈ, ਰੀਸਕੈਜੂਲ ਜਿਹੜੀ ਹੋ ਗਈ। ਇੱਕ ਬੰਦਾ ਉਹ ਦੱਸ ਰਿਹਾ, ਕਹਿੰਦਾ ਵੀ ਮੇਰਾ ਕੇਸ ਜਦੋਂ ਮੈਂ ਹੁਣ ਇੰਟਰਵਿਊ ਤੇ ਗਿਆ ਵੀ ਉਹ ਹੋਲਡ ਤੇ ਪਾਤਾ। ਇੰਟਰਵਿਊਅਰ ਨੇ ਜਿਹੜਾ ਉਹ ਕਿਹਾ ਵੀ ਮੈਂ ਨੋਟ ਪਾ ਦਊਂਗਾ ਵੀ ਜਦੋਂ ਵੀ ਕਿਤੇ ਹੋਲਡ ਖਤਮ ਹੁੰਦਾ ਵੀ ਇਸ ਦਾ ਅਪਰੂਵ ਕਰ ਦਿੱਤਾ ਜਾਵੇ। ਕਹਿੰਦਾ ਵੀ ਮੇਰੀ ਘਰ ਵਾਲੀ ਜਿਹੜੀ US ਸਿਟੀਜ਼ਨ ਆ, ਵਾਪਸੀ ਅਸੀਂ ਗੱਡੀ ਦੇ ਉੱਤੇ ਕਹਿੰਦੀ ਵੀ ਉਹ ਰੋਂਦੀ ਆਈ ਵੀ ਬੜੀ ਹੈਲਪਲੈਸ ਆ, ਵੀ ਹੁਣ ਮੈਂ ਕਰ ਜਿਹੜੀ ਇਸ ਦੇ ਵਿੱਚ ਕੁਛ ਨਹੀਂ ਸਕਦੇ। ਤੇ ਇੰਟਰਵਿਊਅਰ ਵੀ ਜਿਹੜਾ ਉਹ ਕਹਿੰਦਾ ਵੀ ਅਨਲੱਕੀ ਆ ਵੀ ਤੇਰੀ ਇੰਟਰਵਿਊ ਅੱਜ ਸੀਗੀ ਜਿਸ ਦਿਨ ਇਹ ਮੈਮੋ ਜਿਹੜਾ ਉਹ ਇਸ਼ੂ ਜਿਹੜਾ ਹੋਇਆ ਆ। ਪਰ ਕਾਫੀ ਸਖਤ ਜਿਹੜਾ ਹਰਜੋਤ ਸਿੰਘ ਜੀ ਕ੍ਰੈਕਡਾਊਨ ਆ ਇਸ ਟਾਈਮ ਇਮੀਗ੍ਰੇਸ਼ਨ ਦੇ ਉੱਤੇ ਚੱਲ ਰਿਹਾ ਆ, DC ਦੀ ਜਿਹੜੀ ਸ਼ੂਟਿੰਗ ਤੋਂ ਬਾਅਦ ਦੇ ਵਿੱਚ।